ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਅਨਿਲ ਕੁਮਾਰ। ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਵਾਨਿਆ ਐਜੂਕੇਸ਼ਨ ਸਰਵਿਸਿਜ਼ ਤੇ। ਦੋਸਤੋ, ਅੱਜ ਆਪਾਂ ਲੈ ਕੇ ਹਾਜ਼ਰ ਹੋਏ ਹਾਂ ਸਿੰਪਲੀਫਿਕੇਸ਼ਨ ਦਾ ਦੂਜਾ ਪਾਰਟ। ਇਸ ਤੋਂ ਪਹਿਲਾਂ ਤੁਸੀਂ ਸਿੰਪਲੀਫਿਕੇਸ਼ਨ ਦਾ ਇੱਕ ਪਾਰਟ ਦੇਖ ਚੁੱਕੇ ਹੋ। ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਸਿੰਪਲੀਫਿਕੇਸ਼ਨ ਦਾ ਪਹਿਲਾ ਪਾਰਟ ਜ਼ਰੂਰ ਦੇਖੋ ਬੱਚੇ। ਉਹਦੇ ਵਿੱਚ ਅਸੀਂ ਬੌਡ ਮਾਸ ਦੇ ਰੂਲ ਵਗੈਰਾ ਤੇ ਫ੍ਰੈਕਸ਼ਨਸ ਬਾਰੇ ਕੁਝ ਸਿੱਖੇ ਹਾਂ। ਅੱਜ ਆਪਾਂ ਫ੍ਰੈਕਸ਼ਨਸ ਨੂੰ ਹੀ ਅੱਗੇ ਕੰਟੀਨਿਊ ਰੱਖਾਂਗੇ ਬੱਚੇ ਸਿੰਪਲੀਫਿਕੇਸ਼ਨ ਦੇ ਪਾਰਟ ਦੇ ਵਿੱਚ। ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਦਬਾ ਲਓ ਤਾਂ ਕਿ ਜੋ ਵੀ ਸਾਡੀ ਆਉਣ ਵਾਲੀ ਵੀਡੀਓਜ਼ ਨੇ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ। ਠੀਕ ਹੈ ਦੋਸਤੋ, ਆਪਾਂ ਸਟਾਰਟ ਕਰਦੇ ਹਾਂ। ਜਿਵੇਂ ਕਿ ਪਹਿਲਾ ਕੁਐਸਚਨ ਹੈ, ਦੇਖੋ ਬੱਚਿਓ, ਆਪਣਾ ਪਹਿਲਾ ਕੁਐਸਚਨ 1 minus 1/3 1 minus 1/4 यानी 1/4। ਇਹ ਇਸੇ ਤਰ੍ਹਾਂ ਚੱਲਦਾ ਰਹੂਗਾ। 1 minus 1/5। ਇਸੇ ਤਰ੍ਹਾਂ ਬੱਚੇ ਅੱਗੇ ਆਪਣੇ ਕੋਲ ਕੰਟੀਨਿਊਟੀ ਚੱਲਦਾ ਜਾ ਰਿਹਾ ਹੈ। ਇੱਥੇ ਆਏਗਾ 1 minus 1/n। ਇਹਦਾ ਕੀ ਆਨਸਰ ਆਊਗਾ? ਠੀਕ ਹੈ ਬੱਚੇ, ਦੇਖੋ ਇਹਦਾ ਆਨਸਰ ਕੀ ਆਊਗਾ। ਦੇਖੋ ਜੀ, ਇਹਨੂੰ ਕਿਵੇਂ ਸੋਲਵ ਕਰਨਾ ਆਪਾਂ ਨੇ। ਸਭ ਤੋਂ ਪਹਿਲਾਂ ਦੇਖੋ ਜੀ, ਆਪਾਂ ਸੋਲਵ ਕਰਾਂਗੇ। ਜਿਵੇਂ ਇਹ 3 ਹੈ, ਆਪਾਂ ਕਹਿ ਦਾਂਗੇ 3 ਏਕਮ 3 ਮਾਈਨਸ 1 ਕੀਤਾ। ਦੇਖੋ 3 ਏਕਮ 3 ਕਰਤਾ, ਆ ਮਾਈਨਸ 1 ਕੀਤਾ। ਤੁਸੀਂ ਕਹਿ ਦੋਗੇ ਇਹ ਆ ਗਿਆ ਸਾਡੇ ਕੋਲ 2/3। ਇਹ ਕੀਤਾ 4 ਏਕਮ 4 ਮਾਈਨਸ 1 ਕੀਤਾ, ਤੁਹਾਡੇ ਕੋਲ ਇਹ ਆ ਗਿਆ 3/4। ਠੀਕ ਹੈ। ਇਸੇ ਤਰ੍ਹਾਂ ਬੱਚੇ ਇਹ ਆ ਗਿਆ ਆਪਣੇ ਕੋਲ 5 ਏਕਮ 5 ਮਾਈਨਸ 1 ਕੀਤਾ, ਤੁਸੀਂ ਕਹਿ ਦੋਗੇ ਕੀ ਆਇਆ 4/5। ਇਹ ਬੱਚੇ ਕੰਟੀਨਿਊਟੀ ਇਦਾਂ ਹੀ ਚੱਲਦਾ ਰਹੂਗਾ, ਇਦਾਂ ਕਿ ਲਾਸਟ ਦੇ ਵਿੱਚ ਸਾਡੇ ਕੋਲ ਕੀ ਆ ਜਾਊਗਾ n ਏਕਮ n ਮਾਈਨਸ 1 ਯਾਨੀ ਕਿ n ਮਾਈਨਸ 1 ਅਪੋਨ n ਆ ਜਾਊਗਾ। ਹੁਣ ਦੇਖੋ ਜੀ ਹੋਊਗਾ ਕੀ, ਤੁਹਾਨੂੰ ਤੁਸੀਂ ਧਿਆਨ ਨਾਲ ਦੇਖੋ। ਮੈਂ ਕੀ ਕੀਤਾ, ਪਹਿਲਾਂ 3 ਏਕਮ 3 ਕੀਤਾ, ਉਹਦੇ ਵਿੱਚੋਂ 1 ਘਟਾਤਾ, ਕੀ ਆ ਗਿਆ 2/3। ਫਿਰ 4 ਏਕਮ 4 1 ਘਟਾਤਾ, ਕੀ ਆ ਗਿਆ 3/4। 5 ਏਕਮ 5 1 ਘਟਾਤਾ 4/5। ਇਸੇ ਤਰ੍ਹਾਂ ਕਰਦੇ ਕਰਦੇ n ਏਕਮ n ਮਾਈਨਸ 1 ਘਟਾਤਾ n ਮਾਈਨਸ 1/n। ਹੁਣ ਤੁਸੀਂ ਦੇਖੋ ਬੱਚਿਓ, ਇਹ ਜਿਹੜਾ ਇਹ ਪਿੱਛੇ ਵਾਲੀ ਟਰਮ ਹੈ ਇਹ ਇਸ ਤੋਂ ਅਗਲੀ ਟਰਮ ਨਾਲ ਕੱਟ ਰਹੀ ਹੈ, ਯਾਨੀ ਕਿ 3 ਨਾਲ। ਇਸੇ ਤਰ੍ਹਾਂ ਇਸ ਤੋਂ ਪਿਛਲੀ ਟਰਮ ਉਸ ਤੋਂ ਅਗਲੀ ਟਰਮ ਨਾਲ ਕੱਟ ਰਹੀ ਹੈ। ਇਸੇ ਤਰ੍ਹਾਂ ਬੱਚਿਓ ਜਿਹੜੀ ਇਹ ਟਰਮ ਹੋਊਗੀ ਉਹ ਉਸ ਤੋਂ ਅਗਲੀ ਟਰਮ ਨਾਲ ਕੱਟੂਗੀ। ਇਸੇ ਤਰ੍ਹਾਂ ਇਸ ਤੋਂ ਅਗਲੀ ਟਰਮ ਇਸ ਤੋਂ ਅਗਲੀ ਟਰਮ ਨਾਲ। ਇਸੇ ਤਰ੍ਹਾਂ ਜਿਹੜੀ ਇੱਥੇ ਟਰਮ ਹੋਊਗੀ ਉਹ n-1 ਟਰਮ ਨਾਲ ਕੱਟ ਜੂਗੀ। ਹੁਣ ਉੱਪਰ ਦੇਖੋ ਧਿਆਨ ਨਾਲ, ਸਾਰੀਆਂ ਟਰਮਾਂ ਕੱਟ ਗਈਆਂ ਤਾਂ ਜਿਹੜਾ ਉੱਪਰ ਬਚਿਆ ਬੱਚੇ ਸਾਡੇ ਕੋਲ ਕਿੰਨਾ ਬਚਿਆ 2। ਤੇ ਜਿਹੜਾ ਹੇਠਾਂ ਬਚਿਆ ਸਾਡੇ ਕੋਲ ਬੱਚਿਓ ਉਹ ਕਿੰਨਾ ਬਚਿਆ, ਦੇਖੋ ਧਿਆਨ ਨਾਲ, ਸਾਰੀਆਂ ਕੱਟ ਗਈਆਂ ਤਾਂ ਕੀ ਬਚਿਆ ਸਾਡੇ ਕੋਲ n। ਅਸੀਂ ਕਹਿ ਦਾਂਗੇ ਇਸ ਕੁਐਸਚਨ ਦਾ ਜਿਹੜਾ ਆਨਸਰ ਆਊਗਾ ਸਾਡੇ ਕੋਲ ਉਹ ਆਊਗਾ 2/n ਆਊਗਾ। ਦੇਖੋ ਧਿਆਨ ਨਾਲ, ਜਿਵੇਂ 3 ਹੈ ਬੱਚੇ ਇਹ ਹੇਠਾਂ ਇਹ ਉੱਪਰ ਵਾਲੇ ਨਾਲ ਕੱਟ ਜੂਗਾ। ਇਸੇ ਤਰ੍ਹਾਂ ਇਹ 4 ਹੈ ਜਿਹੜਾ ਇਸ ਤੋਂ ਉੱਪਰ ਵਾਲੇ ਨਾਲ, ਇਹ 5 ਹੈ ਜਿਹੜਾ ਉਸ ਤੋਂ ਉੱਪਰ ਵਾਲੇ ਨਾਲ। ਇਦਾਂ ਸਾਰੀਆਂ ਟਰਮਾਂ ਕੱਟ ਜਾਣਗੀਆਂ, ਜਿਵੇਂ n ਹੈ ਉਸ ਤੋਂ ਅਗਲੀ ਟਰਮ ਨਾਲ। ਉੱਪਰ ਬਚ ਗਿਆ ਸਾਡੇ ਕੋਲ 2, ਹੇਠਾਂ ਬਚ ਗਿਆ ਸਾਡੇ ਕੋਲ n। ਇਸ ਕੁਐਸਚਨ ਦਾ ਜਿਹੜਾ ਆਨਸਰ ਆਊਗਾ ਉਹ ਆਊਗਾ 2/n। ਆਓ ਬੱਚੇ ਕਿਹਦੇ ਨਾਲ ਦਾ ਹੋਰ ਕੁਐਸਚਨ ਦੇਖਦੇ ਹਾਂ ਆਪਾਂ। ਜਿਵੇਂ ਕੁਐਸਚਨ ਹੈ, ਮੰਨ ਲਓ ਤੁਹਾਡੇ ਕੋਲ 1 + 1/3 1 + 1/4। ਠੀਕ ਹੈ। ਇਸੇ ਤਰ੍ਹਾਂ 1 + 1/5। ਇਦਾਂ ਇਹ ਕੰਟੀਨਿਊਟੀ ਦੇ ਵਿੱਚ ਚੱਲਦਾ ਰਹੂਗਾ ਬੱਚਿਓ। ਲਾਸਟ ਦੇ ਵਿੱਚ ਦੇਖੋ ਕੀ ਆਊਗਾ ਤੁਹਾਡੇ ਕੋਲ 1 + 1/n ਆ ਗਿਆ। ਠੀਕ ਹੈ ਬੱਚਿਓ। ਇਹਦਾ ਦੇਖੋ ਆਨਸਰ ਕੀ ਆਊਗਾ। ਦੇਖੋ ਜੀ ਉਸੇ ਤਰੀਕੇ ਨਾਲ ਇਹਨੂੰ ਵੀ ਆਪਾਂ ਸੋਲਵ ਕਰਦੇ ਹਾਂ। ਪਹਿਲਾਂ ਕੀ ਆਊਗਾ 3 ਏਕਮ 3 3 ਏਕਮ 3 ਇਹ ਪਲੱਸ ਹੋ ਰਿਹਾ ਹੈ। ਇਹਦਾ ਆਨਸਰ ਆਊਗਾ 4/3। ਫਿਰ ਇਸ ਦਾ ਦੇਖੋ ਕੀ ਆਊਗਾ 4 ਏਕਮ 4 + 1 ਕਿੰਨਾ ਆ ਗਿਆ 5/4। ਇਸੇ ਤਰ੍ਹਾਂ ਬੱਚੇ ਇਹਦਾ ਆਨਸਰ ਦੇਖੋ ਕੀ ਆਊਗਾ 5 ਏਕਮ 5 + 1 ਕਰਤਾ, ਇਹ ਆ ਗਿਆ 6/5। ਇਸੇ ਤਰ੍ਹਾਂ ਇਹ ਕੰਟੀਨਿਊਟੀ ਚ ਬੱਚਿਓ ਇਦਾਂ ਹੀ ਚੱਲਦਾ ਰਹੂਗਾ। ਇੱਥੇ ਲਾਸਟ ਦੇ ਵਿੱਚ ਦੇਖੋ ਕੀ ਆਊਗਾ n ਏਕਮ n + 1 ਯਾਨੀ ਕਿ n + 1/n ਆਊਗਾ। ਠੀਕ ਹੈ ਬੱਚਿਓ। ਇਹ ਆ ਜਾਊਗਾ ਸਾਡੇ ਕੋਲ, ਧਿਆਨ ਨਾਲ ਦੇਖੋ ਬੱਚੇ, 3 ਏਕਮ 3 + 1 ਕੀਤਾ, ਕੀ ਆ ਗਿਆ ਸਾਡੇ ਕੋਲ 4/3। 4 ਏਕਮ 4 + 1 ਕੀਤਾ 5/4। ਇਸੇ ਤਰ੍ਹਾਂ 5 ਏਕਮ 5 + 1 ਕੀਤਾ 6/5। ਔਰ ਇਸੇ ਤਰ੍ਹਾਂ ਵਿੱਚ ਚੱਲਦੇ ਚੱਲਦੇ n + 1/n ਆ ਜਾਊਗਾ। ਠੀਕ ਹੈ। ਹੁਣ ਤੁਸੀਂ ਧਿਆਨ ਨਾਲ ਦੇਖੋ ਬੱਚੇ, ਜਿਹੜੀ ਆਹ ਟਰਮ ਹੈ
ਇਹ ਟਰਮ ਹੈ ਉਹ ਉਸ ਤੋਂ ਅਗਲੀ ਟਰਮ ਨਾਲ ਕੱਟ ਜੂਗੀ। ਇਸੇ ਤਰ੍ਹਾਂ ਇਹ ਵਾਲੀ ਟਰਮ ਉਸ ਤੋਂ ਅਗਲੀ ਟਰਮ ਨਾਲ ਕੱਟੂਗੀ। ਇਸੇ ਤਰ੍ਹਾਂ ਜਿਹੜੀ ਇਹ ਟਰਮ ਹੈ ਉਹ ਤੋਂ ਅਗਲੀ ਟਰਮ ਨਾਲ ਕੱਟੂਗੀ। ਠੀਕ ਹੈ ਬੱਚਿਓ, ਯਾਨੀ ਕਿ ਜਿਹੜਾ 6 ਹੈ ਇਹ ਉਸ ਤੋਂ ਅਗਲੀ ਟਰਮ ਨਾਲ ਕੱਟ ਜੂਗਾ। ਇਸੇ ਤਰ੍ਹਾਂ ਜਿਹੜਾ ਨੰਬਰ ਇੱਥੇ ਹੋਊਗਾ ਉਹ ਉਸ ਤੋਂ ਅਗਲੀ ਟਰਮ ਨਾਲ, ਜਿਹੜਾ ਨੰਬਰ ਇੱਥੇ ਹੋਊਗਾ ਉਹ ਉਸ ਤੋਂ ਅਗਲੀ ਟਰਮ ਯਾਨੀ ਕਿ n ਨਾਲ ਕੱਟ ਜੂਗਾ। ਦੇਖੋ ਜੇ 4 ਹੈ ਉਹ ਅਗਲੇ ਵਾਲੇ ਹੇਠਾਂ 4 ਨਾਲ ਕੱਟੂਗਾ, ਇਹ 5 ਉਸ ਤੋਂ ਅੱਗੇ 5 ਨਾਲ ਕੱਟ ਗਿਆ। ਇਸੇ ਤਰ੍ਹਾਂ ਇਹ 6 ਹੈ ਉਸ ਤੋਂ ਅੱਗੇ ਨਾਲ ਕੱਟ ਜੂਗਾ। ਸੋ ਜਿਹੜਾ ਨੰਬਰ ਇੱਥੇ ਹੋਊਗਾ ਉਹ ਇਸ ਤੋਂ ਅੱਗੇ ਟਰਮ ਨਾਲ ਕੱਟ ਜੂਗਾ। ਹੁਣ ਜੇ ਤੁਸੀਂ ਧਿਆਨ ਨਾਲ ਦੇਖੋ ਬੱਚੇ, ਉੱਪਰ ਕੀ ਆਊਗਾ ਤੁਹਾਡੇ ਕੋਲ, ਸਾਰਿਆਂ ਕੋਲ n+1 ਬਚ ਗਿਆ ਤੇ ਹੇਠਾਂ ਕੀ ਬਚ ਗਿਆ ਬੱਚਿਓ, ਤੁਸੀਂ ਧਿਆਨ ਨਾਲ ਦੇਖੋ ਹੇਠਾਂ ਕੀ ਬਚ ਗਿਆ ਸਾਡੇ ਕੋਲ 3। ਸੋ ਅਸੀਂ ਇਹ ਕਹਿ ਸਕਦੇ ਹਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਆਊਗਾ ਉਹ ਆਊਗਾ n+1/3 ਆ ਜਾਊਗਾ। ਠੀਕ ਹੈ ਬੱਚਿਓ, ਸੋ ਇਸ ਕੁਐਸਚਨ ਦਾ ਜਿਹੜਾ ਆਨਸਰ ਆਊਗਾ ਉਹ ਆਊਗਾ n+1/3 ਆਊਗਾ। ਸੋ ਇੱਕ ਕੁਐਸਚਨ ਵਿੱਚ ਆਪਾਂ ਤੁਸੀਂ ਕਰਨਾ ਹੈ, ਦੇਖੋ ਮੈਂ ਤੁਹਾਨੂੰ ਦਿੰਦਾ, ਤੁਸੀਂ ਵੀ ਟਰਾਈ ਕਰੋ। ਠੀਕ ਹੈ, ਸੋ ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਦੇਖੋ ਇਹ ਕੁਐਸਚਨ ਤੁਸੀਂ ਪਹਿਲਾਂ ਆਪ ਟਰਾਈ ਕਰਨਾ, ਮੈਂ ਕਰਵਾਉਂਗਾ। 2 - 1/3, 2 - 3/5, 2 - 5/7, ਠੀਕ ਹੈ, 5/7। ਇਸੇ ਤਰ੍ਹਾਂ ਬੱਚੇ ਕਰਦੇ 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 ਲਾਸਟ ਦੇ ਵਿੱਚ ਕੀ ਆ ਗਿਆ, 2 - 997/999। ਸੋ ਇਸ ਕੁਐਸਚਨ ਦਾ ਕੀ ਆਨਸਰ ਆਊਗਾ, ਤੁਸੀਂ ਇਹਨੂੰ ਟਰਾਈ ਜ਼ਰੂਰ ਕਰੋ ਬੱਚੇ। ਠੀਕ ਹੈ, ਨਾਲ ਦੀ ਨਾਲ ਫਿਰ ਮੈਂ ਦੱਸਦਾ, ਤੁਸੀਂ ਆਪਣਾ ਨਾਲ ਨਾਲ ਆਨਸਰ ਕੱਢੋ, ਦੇਖੋ ਕੀ ਆਊਗਾ। ਦੇਖੋ ਜੀ ਸੇਮ ਉਸੇ ਤਰੀਕੇ ਨਾਲ ਹੀ ਕਰਾਂਗੇ। ਸੋ ਆਪਾਂ ਕਰਾਂਗੇ ਪਹਿਲਾਂ ਕੀ, ਪਹਿਲਾਂ 3 ਦੂਣੀ 6, 6 ਦੇ ਵਿੱਚੋਂ 1 ਘਟਾਇਆ, ਕਿੰਨਾ ਆ ਗਿਆ ਬੱਚੇ ਆਪਣੇ ਕੋਲ 5/3 ਆ ਗਿਆ। ਇਸੇ ਤਰ੍ਹਾਂ 5 ਦੂਣੀ 10, 10 ਚੋਂ 3 ਘਟਾਏ ਬੱਚੇ 7/5 ਆ ਗਿਆ। ਇਸੇ ਤਰ੍ਹਾਂ 7 ਦੂਣੀ ਬੱਚੇ 14, 14 ਦੇ ਵਿੱਚੋਂ 5 ਘਟਾਏ ਆਪਾਂ ਕਹਿ ਦਾਂਗੇ 9/5 ਆ ਗਿਆ। 14 ਚੋਂ 5 ਘਟਾਏ 9/5 ਆ ਗਿਆ। ਇਸੇ ਤਰ੍ਹਾਂ ਬੱਚੇ ਕੰਟੀਨਿਊਟੀ ਚ ਚੱਲਦਾ ਰਹੂਗਾ। ਸੋ ਸਾਡੇ ਕੋਲ ਜਿਹੜਾ ਲਾਸਟ ਚ ਆਊਗਾ, ਸੋ 999 ਨੂੰ ਪਹਿਲਾਂ 2 ਨਾਲ ਗੁਣਾ ਕਰਾਂਗੇ। ਸੋ 999 ਨੂੰ ਪਹਿਲਾਂ ਤੁਸੀਂ 2 ਨਾਲ ਗੁਣਾ ਕੀਤਾ, 9 ਦੂਣੀ 18, 9 ਦੂਣੀ 18 ਤੇ 1 19, 9 ਦੂਣੀ 18 ਤੇ 1 19, 1998। ਉਹਦੇ ਵਿੱਚੋਂ 997 ਅਸੀਂ ਕੀ ਕਰਾਂਗੇ, ਮਾਈਨਸ ਕਰ ਦਾਂਗੇ। ਉਹਦੇ ਵਿੱਚੋਂ 997 ਅਸੀਂ ਕੀ ਕਰ ਦਾਂਗੇ ਬੱਚਿਓ, ਮਾਈਨਸ ਕਰ ਦਾਂਗੇ। ਸੋ ਤੁਸੀਂ ਕਹਿ ਦੋਗੇ ਤੁਹਾਡੇ ਕੋਲ 1001 ਆ ਜਾਊਗਾ। ਯਾਨੀ ਕਿ ਸਾਡੇ ਕੋਲ ਉੱਪਰ ਆ ਗਿਆ 1001 ਔਰ ਨੀਚੇ ਕੀ ਹੈ ਸਾਡੇ ਕੋਲ 999 ਹੈ। ਠੀਕ ਹੈ ਬੱਚਿਓ, ਸੋ ਹੁਣ ਧਿਆਨ ਨਾਲ ਦੇਖੋ ਕੀ ਹੋਊਗਾ। ਇਹ ਜਿਹੜੀ ਟਰਮ ਹੈ ਬੱਚੇ ਇਹ ਆਪਣੇ ਕੋਲ ਕੱਟ ਜੂਗੀ 5 ਹੈ ਜਿਹੜੀ, ਉਸ ਤੋਂ ਅਗਲੀ ਟਰਮ ਯਾਨੀ ਇਹਦੇ ਨਾਲ ਕੱਟ ਗਈ। ਇਸੇ ਤਰ੍ਹਾਂ ਬੱਚੇ ਇਹ 7 ਹੈ, ਸੌਰੀ ਇੱਥੇ ਥੋੜਾ ਗਲਤੀ ਹੋ ਗਈ, ਇਹ 7 ਹੈ। ਦੇਖੋ ਧਿਆਨ ਨਾਲ ਬੱਚਿਓ, 7 ਦੂਣੀ 14, 14 ਚੋਂ 5 ਕੱਢੇ 9/7 ਹੈ। ਇਸੇ ਤਰ੍ਹਾਂ ਜਿਹੜਾ ਇਹ 7 ਹੈ ਉਸ ਤੋਂ ਅਗਲੀ ਟਰਮ ਨਾਲ ਕੱਟ ਜੂਗਾ। ਇੱਥੇ ਜਿਹੜਾ 9 ਹੋਊਗਾ ਉਸ ਤੋਂ ਅਗਲੀ ਟਰਮ ਨਾਲ। ਇਸੇ ਤਰ੍ਹਾਂ ਜਿਹੜਾ ਇੱਥੇ ਹੈ ਉਹ ਇਸ ਨਾਲ। ਇਸੇ ਤਰ੍ਹਾਂ ਜਿਹੜਾ ਇੱਥੇ ਹੈ ਉਹ 999 ਨਾਲ ਕੱਟ ਜੂਗਾ। ਸੋ ਆਪਾਂ ਕਹਿ ਸਕਦੇ ਹਾਂ ਉੱਪਰ ਜਿਹੜੀ ਰਕਮ ਬਚ ਗਈ ਸਾਡੇ ਕੋਲ ਉਹ ਬਚ ਗਈ 1001 ਬਚ ਗਈ, ਤੇ ਜਿਹੜੀ ਹੇਠਾਂ ਟਰਮ ਬਚੀ ਹੈ ਸਾਡੇ ਕੋਲ ਉਹ ਕੀ ਬਚੀ ਹੈ, 3 ਬਚੀ ਹੈ। ਸੋ ਅਸੀਂ ਕਹਿ ਦਾਂਗੇ ਜਿਹੜਾ ਸਾਡਾ ਆਨਸਰ ਆਊਗਾ ਬੱਚਿਓ ਉਹ ਆਊਗਾ 1001/3। ਠੀਕ ਹੈ ਦੋਸਤੋ, ਇੱਕ ਕੁਐਸਚਨ ਹੋਰ ਕਰ ਲੈਂਦੇ ਇਹਦੇ ਨਾਲ ਦਾ, ਅਗਰ ਇਹ ਕਲੀਅਰ ਹੈ। ਦੇਖੋ ਜੀ ਕੁਐਸਚਨ ਹੈਗਾ ਆਪਣੇ ਕੋਲ 1 + 1/2, 1 + 1/3, 1 + 1/4, 1 + 1/4। ਇਸੇ ਤਰ੍ਹਾਂ ਕਰਦੇ ਕਰਦੇ ਬੱਚਿਓ ਆਪਣੇ ਕੋਲ ਜਿਹੜਾ ਚੱਲ ਰਹੀ ਹੈ ਟਰਮ 1 + 1/120। ਠੀਕ ਹੈ ਬੱਚਿਓ, 1 + 1/120। ਸੋ ਇਹਨੂੰ ਸੋਲਵ ਕਰਾਂਗੇ ਤਾਂ ਸਭ ਤੋਂ ਪਹਿਲਾਂ ਦੇਖੋ ਬੱਚੇ ਸੇਮ ਉਵੇਂ ਹੀ ਕਰਨਾ ਹੈ ਆਪਾਂ ਨੇ। ਸੋ 2 ਏਕਮ 2 + 1 ਕਰਾਂਗੇ, ਕੀ ਆ ਗਿਆ 3/2। ਇੱਥੇ ਕਰਾਂਗੇ 3 ਏਕਮ 3 + 1 ਕੀ ਆ ਗਿਆ 4/3। ਇਸੇ ਤਰ੍ਹਾਂ ਬੱਚਿਓ ਇੱਥੇ ਕਰਾਂਗੇ, ਇਹ ਕੀ ਆ ਗਿਆ ਆਪਣੇ ਕੋਲ 4 ਏਕਮ 4 + 1 ਕਿੰਨਾ ਆ ਗਿਆ 5/4। ਇਸੇ ਤਰ੍ਹਾਂ ਅੱਗੇ ਕੰਟੀਨਿਊਟੀ ਚੱਲਦਾ ਰਹੂਗਾ। ਸੋ ਇੱਥੇ ਜੋ ਆਊਗਾ 120 ਏਕਮ 120 + 1 ਕਿੰਨਾ ਹੋ ਗਿਆ 121/120। ਠੀਕ ਹੈ ਬੱਚਿਓ, ਸੋ ਇਸੇ ਤਰ੍ਹਾਂ ਹੁਣ ਇਹ ਸੋਲਵ ਹੋਊਗਾ। ਦੇਖੋ ਜਿਵੇਂ ਇਹ 3 ਹੈ, ਇਹ ਇਸ ਤੋਂ ਅਗਲੀ ਟਰਮ 3 ਨਾਲ ਕੱਟ ਗਿਆ,
ਇਹ ਜਿਹੜਾ 4 ਹੈ ਉਸ ਤੋਂ ਅਗਲੀ ਟਰਮ ਨਾਲ ਕੱਟ ਜੂਗਾ। ਇਸੇ ਤਰ੍ਹਾਂ ਇਹ 5 ਹੈ ਉਹ ਉਸ ਤੋਂ ਅਗਲੀ ਟਰਮ ਨਾਲ ਕੱਟ ਜੂਗਾ। ਇਸੇ ਤਰ੍ਹਾਂ ਜਿਹੜਾ ਇਹ 6 ਹੈ ਇਸ ਤੋਂ ਅਗਲੀ ਟਰਮ ਨਾਲ। ਇਸੇ ਤਰ੍ਹਾਂ ਜਿਹੜਾ ਨੰਬਰ ਇੱਥੇ ਹੈ ਉਹ ਇਸ ਟਰਮ ਨਾਲ ਕੱਟ ਜੂਗਾ। ਸੋ ਆਪਾਂ ਕਹਿ ਦਾਂਗੇ ਜਿਹੜਾ ਉੱਪਰ ਆਨਸਰ ਆਇਆ ਸਾਡੇ ਕੋਲ ਕੀ ਬਚਿਆ 121, ਔਰ ਜਿਹੜਾ ਹੇਠਾਂ ਬਚਿਆ ਸਾਡੇ ਕੋਲ ਕੀ ਬਚਿਆ 2। ਯਾਨੀ ਕਿ ਅਸੀਂ ਕਹਿ ਸਕਦੇ ਹਾਂ ਸਾਡਾ ਆਨਸਰ 121/2। ਯਾਨੀ ਕਿ ਜੇ ਅਸੀਂ ਇਹਨੂੰ 2 ਨਾਲ ਭਾਗ ਕਰਦੇ ਹਾਂ ਤਾਂ ਤੁਸੀਂ ਇਹ ਕਹਿ ਸਕਦੇ ਹੋ ਤੁਹਾਡਾ ਜਿਹੜਾ ਆਨਸਰ ਆਊਗਾ ਉਹ 60.5 ਆਊਗਾ। ਠੀਕ ਹੈ ਬੱਚਿਓ। ਸੋ ਇਹ ਟਾਈਪ ਆਈ ਥਿੰਕ ਹੋਪ ਮੈਂ ਉਮੀਦ ਕਰਦਾ ਤੁਹਾਨੂੰ ਸਮਝ ਆ ਗਈ ਹੋਊਗੀ। तो दोस्तों मैं ਤੁਹਾਨੂੰ ਇਹ ਵੀ ਦੱਸਣਾ ਚਾਹਨਾ ਸਾਡੀ ਐਪ ਹੈਗੀ ਹੈ ਪਲੇ ਸਟੋਰ ਤੇ ਵਾਨਿਆ ਐਜੂਕੇਸ਼ਨ ਸਰਵਿਸਿਜ਼ ਦੇ ਨਾਮ ਤੇ ਹੀ ਐਪ ਹੈਗੀ ਹੈ ਪਲੇ ਸਟੋਰ ਤੇ। ਤਾਂ ਤੁਸੀਂ ਇਸ ਐਪ ਨੂੰ ਡਾਊਨਲੋਡ ਕਰੋ। ਤਾਂ ਇਸ ਐਪ ਦੇ ਵਿੱਚ ਤੁਹਾਨੂੰ ਤੁਹਾਡੇ ਕਾਂਸਟੇਬਲ ਲੈਵਲ ਦੇ ਹੈੱਡ ਕਾਂਸਟੇਬਲ ਲੈਵਲ ਤੇ ਜਿਹੜਾ ਮੈਥ ਰੀਜ਼ਨਿੰਗ ਓਵਰਆਲ ਤੁਹਾਡਾ ਜਿਹੜਾ ਵੀ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਲਈ ਤੁਸੀਂ ਮੈਥ ਰੀਜ਼ਨਿੰਗ ਕਰਨਾ ਉਸ ਦੇ ਵੀਡੀਓ ਕੋਰਸ ਬਣੇ ਪਏ ਨੇ ਵਿੱਚ। ਜੇ ਕਿਸੇ ਨੇ ਪਰਚੇਜ਼ ਕਰਨੇ ਹੋਏ ਤਾਂ ਤੁਸੀਂ ਕਰ ਸਕਦੇ ਹੋ। ਅਗਰ ਕੁਝ ਵੀ ਜਾਣਕਾਰੀ ਲੈਣੀ ਹੋਵੇ ਤਾਂ ਸਾਡਾ ਹੇਠਾਂ ਇੱਕ ਨੰਬਰ ਲਿਖਿਆ ਹੋਇਆ 98 148 94 729। ਤਾਂ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਵੀ ਕੋਈ ਜਾਣਕਾਰੀ ਲੈ ਸਕਦੇ ਹੋ। ਠੀਕ ਹੈ, ਆਓ ਅਗਲੀ ਟਾਈਪ ਦੇ ਉੱਪਰ ਚੱਲਦੇ ਹਾਂ ਬੱਚੇ। ਸੋਚੋ ਇੱਕ ਕੁਐਸਚਨ ਦੇਖੋ ਆਹ ਟਾਈਪ ਦਾ ਇਹ ਵੀ ਵੈਸੇ ਥੋੜਾ ਇਹ ਹੈੱਡ ਕਾਂਸਟੇਬਲ ਲੈਵਲ ਦੇ ਹਿਸਾਬ ਨਾਲ ਪੇਪਰ 'ਚ ਆ ਸਕਦਾ ਹੈ। ਵੈਸੇ ਕਈ ਵਾਰੀ ਦੇਖੋ ਚ ਐਵੇਂ ਦਾ ਕੁਐਸਚਨ ਵੀ ਆ ਜਾਂਦਾ ਤੁਹਾਨੂੰ, ਜਿਵੇਂ ਤੁਹਾਡੇ ਕੋਲ ਹੋਊਗਾ 1/2 ਗੁਣਾ 3 ਪਲੱਸ 1/3 ਗੁਣਾ 4 ਪਲੱਸ 1/4 ਗੁਣਾ 5। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਬੱਚੇ। ਪਲੱਸ 1/5 ਗੁਣਾ 6 ਪਲੱਸ 1/6 ਗੁਣਾ 7। ਇਸੇ ਤਰ੍ਹਾਂ ਬੱਚੇ 1 ਪਲੱਸ 7 ਗੁਣਾ 8। ਸੋ ਇਹ ਕੁਐਸਚਨ ਹੈ ਬੱਚੇ। ਇਸ ਕੁਐਸਚਨ ਨੂੰ ਆਪਾਂ ਸੋਲਵ ਕਰਨਾ ਹੈ। ਦੇਖੋ ਜੇ ਤਾਂ ਤੁਸੀਂ ਇਹਨੂੰ ਸੋਲਵ ਕਰਦੇ ਹੋ, ਦੇਖੋ ਇਹ ਹੋ ਗਿਆ ਤੁਹਾਡੇ ਕੋਲ 1/6 1/12 3 ਚੌਕਾ 12 1/20 1/30 1/42 ਔਰ 1/56। ਅਗਰ ਬੱਚੇ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਇਹ ਤੁਹਾਡੀ ਕੈਲਕੂਲੇਸ਼ਨ ਹੈ ਜਿਹੜੀ ਬੱਚੇ ਬਹੁਤ ਲੰਬੀ ਜਾਊਗੀ, ਕਿਉਂਕਿ ਇਸ ਟਰਮ ਦਾ ਸਾਨੂੰ ਜੇ ਇਹਨੂੰ ਸੋਲਵ ਕਰਨਾ ਤਾਂ ਐਲਸੀਐਮ ਲੈਣਾ ਪਊਗਾ, ਜੋ ਕਿ ਪੋਸੀਬਲ ਨਹੀਂ। ਜੇ ਅਸੀਂ ਐਲਸੀਐਮ ਲੈ ਲਈ ਤਾਂ ਕੈਲਕੂਲੇਸ਼ਨ ਬਹੁਤ ਵੱਡੀ ਹੋ ਜਾਊਗੀ ਸਾਡੀ। ਦੇਖੋ ਹੋ ਤਾਂ ਜਾਊਗਾ ਲੇਕਿਨ ਕੈਲਕੂਲੇਸ਼ਨ ਬਹੁਤ ਵੱਡੀ ਆਊਗੀ। ਇਸ ਨੂੰ ਕਰਨ ਦਾ ਦੇਖੋ ਇੱਕ ਤਰੀਕਾ ਵੀ ਹੈ ਬੱਚੇ। ਇਹ ਸਾਡੇ ਕੋਲ 1/6 ਹੈ 1/6 ਹੈ। ਤੁਸੀਂ ਦੇਖੋ ਬੱਚੇ 1/6 ਨੂੰ ਤੁਸੀਂ ਇਹ ਵੀ ਲਿਖ ਸਕਦੇ ਹੋ। ਦੇਖੋ ਤੁਸੀਂ ਲਿਖ ਸਕਦੇ ਹੋ 1/2 ਮਾਈਨਸ 1/3। ਤੁਸੀਂ ਕਹੋਗੇ ਇਹਨਾਂ ਦਾ ਜਿਹੜਾ ਐਲਸੀਐਮ ਆ ਗਿਆ 3 ਤੇ 2 ਦਾ ਲਘੁੱਤਮ ਜਿਹੜਾ ਆ ਗਿਆ ਉਹ ਆ ਗਿਆ 6। ਇੱਥੇ ਕੀ ਹੋ ਜਾਊਗਾ 3 ਨਾਲ ਗੁਣਾ ਕਰਾਂਗੇ ਸੋ ਇੱਥੇ ਕੀ ਆ ਗਿਆ ਸਾਡੇ ਕੋਲ 3। ਇੱਥੇ ਇਹਨੂੰ 2 ਨਾਲ ਗੁਣਾ ਕਰਾਂਗੇ ਸੋ ਇੱਥੇ ਕੀ ਆ ਗਿਆ ਸਾਡੇ ਕੋਲ 2। ਤਾਂ ਜੇ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ 1/6 ਹੀ ਆਊਗਾ। ਕਹਿਣ ਦਾ ਮਤਲਬ ਤੁਸੀਂ 1/6 ਨੂੰ ਤੁਸੀਂ ਕੀ ਲਿਖ ਸਕਦੇ ਹੋ 1/2 ਮਾਈਨਸ 1/3। ਸੋ ਇਹ ਕਹਿਣ ਦਾ ਮਤਲਬ ਜੇ ਕੋਈ ਟਰਮ ਇਦਾਂ ਲਿਖੀ ਹੋਈ ਹੈ ਸੋ ਅਸੀਂ ਲਿਖ ਦਾਂਗੇ 1/2 ਮਾਈਨਸ 1/3। ਇਸੇ ਤਰ੍ਹਾਂ ਬੱਚੇ 1/12 ਨੂੰ ਯਾਨੀ ਕਿ ਇਸ ਤਰ੍ਹਾਂ ਟਰਮ ਲਿਖੀ ਹੋਈ ਹੈ ਤਾਂ ਅਸੀਂ ਲਿਖ ਦਾਂਗੇ 1/3 ਮਾਈਨਸ 1/4। ਇਸੇ ਤਰ੍ਹਾਂ ਬੱਚੇ ਅਗਰ ਇਹ ਟਰਮ ਲਿਖੀ ਹੋਈ ਹੈ ਸੋ ਇਹਨੂੰ ਲਿਖ ਦਾਂਗੇ 1/4 ਮਾਈਨਸ 1/5। ਇਸੇ ਤਰ੍ਹਾਂ ਬੱਚੇ ਅਸੀਂ ਇਹਨੂੰ ਲਿਖ ਦਾਂਗੇ 1/5 ਮਾਈਨਸ 1/6। ਇਸੇ ਤਰ੍ਹਾਂ ਬੱਚੇ ਇਹਨੂੰ ਲਿਖ ਦਾਂਗੇ ਅਸੀਂ 1/6 ਮਾਈਨਸ 1/7 ਔਰ ਇਹਨੂੰ ਲਿਖ ਦਾਂਗੇ ਅਸੀਂ 1/7 ਮਾਈਨਸ 1/8। ਠੀਕ ਹੈ ਬੱਚਿਓ। ਹੁਣ ਤੁਸੀਂ ਦੇਖੋ ਜਦੋਂ ਤੁਸੀਂ ਇਹਨਾਂ ਨੂੰ ਕਟਿੰਗ ਕਰੋਗੇ ਬੱਚਿਓ ਤਾਂ ਇਹ ਹੋ ਗਿਆ ਤੁਹਾਡਾ ਮਾਈਨਸ 1/3 ਹੈ, ਇਹ ਪਲੱਸ ਦਾ 1/3 ਕੱਟ ਜੂਗਾ। ਇਹ ਮਾਈਨਸ ਦਾ 1/4 ਹੈ, ਇਹਦੇ ਵਿੱਚ ਜਦੋਂ ਪਲੱਸ ਦਾ 1/4 ਜੋੜੋਗੇ ਇਹ ਵੀ ਕੱਟ ਜੂਗਾ। ਇਹ ਮਾਈਨਸ ਦਾ 1/4 ਹੈ, ਜਦੋਂ ਇਹਦੇ ਵਿੱਚ 1/5 ਪਲੱਸ ਦਾ ਜੋੜੋਗੇ ਇਹ ਵੀ ਕੱਟ ਗਿਆ। ਮਾਈਨਸ ਦੇ 1/6 ਚ ਜਦੋਂ ਤੁਸੀਂ ਪਲੱਸ ਦਾ 1/6 ਜੋੜੋਗੇ ਇਹ ਵੀ ਕੱਟ ਜੂਗਾ। ਮਾਈਨਸ ਦੇ 1/7 ਚ ਜਦੋਂ ਪਲੱਸ ਦਾ 1/7 ਜੋੜੋਗੇ ਇਹ ਵੀ ਕੱਟ ਜੂਗਾ। ਸੋ ਕਹਿਣ ਦਾ ਮਤਲਬ ਤੁਹਾਡੇ ਕੋਲ 1/2 ਮਾਈਨਸ 1/8 ਬਚ ਜੂਗਾ। ਜੇ ਤੁਸੀਂ ਇਹਦਾ ਐਲਸੀਐਮ ਲਵੋਗੇ ਬੱਚੇ ਕੀ ਆ ਜਾਊਗਾ 8। ਸੋ ਇੱਥੇ ਕੀ ਆ ਗਿਆ ਸਾਡੇ ਕੋਲ 4 ਮਾਈਨਸ 1, ਯਾਨੀ ਕਿ ਤੁਸੀਂ ਕਹਿ ਦੋਗੇ ਤੁਹਾਡਾ ਆਨਸਰ ਕੀ ਆ ਜਾਊਗਾ 3/8 ਆ ਜਾਊਗਾ। ਸੋ ਆਨਸਰ ਕੀ ਆ ਜਾਊਗਾ ਤੁਹਾਡਾ 3/8 ਆ ਜਾਊਗਾ। ਸੋ ਬੱਚਿਓ ਲੇਕਿਨ ਇਹ ਤੁਹਾਨੂੰ ਸਮਝ ਆ ਗਿਆ ਹੋਊਗਾ ਮੈਂ ਉਮੀਦ ਕਰਦਾ। ਪਰ ਇਸ ਕੁਐਸਚਨ ਨੂੰ ਇੰਨਾ ਲੰਬਾ ਆਪਾਂ ਨੂੰ ਕਰਨ ਦੀ ਲੋੜ ਨਹੀਂ ਹੈਗੀ। ਸੋ ਆਪਾਂ ਇੱਥੋਂ ਬਸ ਇੱਕ ਚੀਜ਼ ਸਿੱਖਾਂਗੇ ਵੀ ਆਪਾਂ ਜਦੋਂ ਇਸ ਟਰਮ ਨੂੰ ਖੋਲ ਕੇ ਲਿਖਾਂਗੇ ਤਾਂ ਇਹ ਟਰਮਾਂ ਇਦਾਂ ਲਿਖੀਆਂ ਜਾਣਗੀਆਂ, ਸਾਰੀਆਂ ਟਰਮਾਂ ਕੱਟ ਜਾਣਗੀਆਂ
सिर्फ एक पहली टर्म बचूगी ते एक लास्ट वाली टर्म बचूगी। यानी कि जे ਅਸੀਂ क्वेश्चन करना है ਤਾਂ ਆਪਾਂ ਕੀ करना है ਹੁਣ ਅੱਗੇ ਤੋਂ सिर्फ पहली टर्म ਲੈਣੀ है यानी कि 1/2 ਲਵਾਂਗੇ ਮਾਈਨਸ ਕੀ ਕਰਾਂਗੇ ਜਿਹੜੀ ਲਾਸਟ ਵਾਲੀ ਟਰਮ ਹੈ ਕਿਉਂਕਿ ਬਾਕੀ ਟਰਮਾਂ ਤਾਂ ਕੱਟ ਹੀ ਜਾਣੀਆਂ ਨੇ ਮਤਲਬ ਸਾਨੂੰ ਇੰਨਾ ਸਾਰਾ ਲੰਬਾ ਕੰਮ ਕਰਨ ਦੀ ਲੋੜ ਨਹੀਂ ਹੈਗੀ। ਇਹ ਮੈਂ ਸਿਰਫ ਸਮਝਾਉਣ ਵਾਸਤੇ ਲਿਖਿਆ। ਤੁਹਾਡੇ ਕੋਲ ਜੇ ਐਵੇਂ ਦਾ ਕੁਐਸਚਨ ਆਵੇ ਪਹਿਲੀ ਟਰਮ ਮਾਈਨਸ ਅਖੀਰਲੀ ਟਰਮ ਤੁਸੀਂ ਐਲਸੀਐਮ ਲਵੋਗੇ ਕਿੰਨਾ ਆ ਗਿਆ 8 ਆ ਗਿਆ। ਸੋ ਇਹਨੂੰ 8 ਬਣਾਉਣ ਲਈ 4 ਨਾਲ ਗੁਣਾ ਕਰਾਂਗੇ। ਇੱਥੇ ਕੀ ਆ ਗਿਆ ਸਾਡੇ ਕੋਲ 4 ਇੱਥੇ 8 ਹੈ ਹੀ ਹੈ ਤਾਂ 1 ਯਾਨੀ ਕਿ 3/8 ਆ ਜਾਊਗਾ। ਸੋ ਅਸੀਂ ਕਹਿ ਦਾਂਗੇ ਵੀ ਜਿਹੜਾ ਸਾਡਾ ਆਨਸਰ ਆਇਆ ਇਸ ਕੁਐਸਚਨ ਦਾ ਉਹ ਕੀ ਆਇਆ 3/8 ਆਇਆ। इसका स्क्रीनशॉट ले सकते हो बच्चे नोट कर सकते हो। अगर नहीं आया तो वीडियो ਨੂੰ ਥੋੜਾ ਜਿਹਾ ਰਿਪੀਟ ਕਰਕੇ ਵੀ ਦੇਖ ਸਕਦੇ ਹੋ। ਆਓ ਇਹਦੇ ਨਾਲ ਦੇ ਕੁਐਸਚਨ ਹੋਰ ਕਰਕੇ ਦੇਖਦੇ ਹਾਂ ਆਪਾਂ। तो ਜਿਵੇਂ ਇਹ ਕੁਐਸਚਨ ਹੈ ਬੱਚੇ ਇਸ ਕੁਐਸਚਨ ਟਰਾਈ ਕਰਕੇ ਦੇਖਦੇ ਹਾਂ 1/3 ਗੁਣਾ 4 1 प्लस 4 गुणा 5 प्लस 1/5 गुणा 6 ਇਸੇ ਤਰ੍ਹਾਂ ਬੱਚੇ ਕਰਦੇ ਕਰਦੇ ਲਾਸਟ ਦੇ ਵਿੱਚ 1/20 ਗੁਣਾ 21 ਹੋ ਜਾਊਗਾ। ਠੀਕ ਹੈ ਬੱਚੇ। ਸੋ ਦੇਖੋ ਧਿਆਨ ਨਾਲ ਦੇਖੋ ਇਹ ਕੁਐਸਚਨ ਦੀ ਟਾਈਪ ਦੀ ਪਛਾਣ ਇਹੀ ਹੈ ਵੀ ਇਹਨਾਂ ਦੇ ਵਿੱਚ ਪਹਿਲੀ ਗੱਲ ਤਾਂ ਗੈਪ ਸੇਮ ਹੋਊਗਾ ਔਰ ਜਿਹੜਾ ਨੰਬਰ ਜਿੱਥੋਂ ਖਤਮ ਹੋਊਗਾ ਮੰਨ ਲਓ ਇਹ 4 ਤੋਂ ਖਤਮ ਹੋਇਆ ਤਾਂ ਅਗਲਾ ਨੰਬਰ 4 ਤੋਂ ਸ਼ੁਰੂ ਹੋਊਗਾ। ਇੱਥੇ 5 ਤੇ ਖਤਮ ਹੋਇਆ ਤਾਂ ਅਗਲਾ ਨੰਬਰ 5 ਤੋਂ ਸ਼ੁਰੂ ਹੋਊਗਾ। ਸੋ ਇਹਦੀ ਟ੍ਰਿਕ ਆਪਾਂ ਪੜ੍ਹੀ ਹੈ। ਆਪਾਂ ਕੀ ਲੈਣਾ ਪਹਿਲਾ ਨੰਬਰ ਮਾਈਨਸ ਅਖੀਰ ਵਾਲਾ ਨੰਬਰ ਕੀ ਹੋ ਗਿਆ 1/21 ਹੋ ਗਿਆ। ਸੋ ਜੇ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ ਤੁਸੀਂ ਕਹਿ ਦੋਗੇ ਐਲਸੀਐਮ ਕਿੰਨਾ ਆ ਗਿਆ 21। ਸੋ ਇਹਨੂੰ 21 ਬਣਾਉਣ ਲਈ 7 ਨਾਲ ਕੀਤਾ 7 ਤੁਹਾਡਾ ਉੱਪਰ ਵੀ 7 ਆ ਗਿਆ ਔਰ ਇੱਥੇ 21 ਹੈ ਹੀ ਹੈ ਤੇ ਕਿੰਨਾ 1 ਯਾਨੀ ਕਿ 6/21। ਸੋ ਜੇ ਇਹਨੂੰ ਕੱਟ ਦੋਗੇ ਬੱਚਿਓ ਇਹ ਆ ਜਾਊਗਾ 2/7 ਆ ਜਾਊਗਾ। ਸੋ ਇਸ ਕੁਐਸਚਨ ਦਾ ਆਨਸਰ ਕੀ ਆ ਜਾਊਗਾ ਸਾਡਾ 2/7 ਆ ਜਾਊਗਾ। ਠੀਕ ਹੈ ਬੱਚਿਓ। ਇੱਕ ਕੁਐਸਚਨ ਹੋਰ ਕਰਕੇ ਦੇਖਦੇ ਹਾਂ ਅਗਲੇ ਕਲੀਅਰ ਹੈ। ਬੱਚੇ ਇਹ ਕੁਐਸਚਨ ਤੁਹਾਨੂੰ ਇਦਾਂ ਵੀ ਲਿਖਿਆ ਆ ਸਕਦਾ ਹੈ ਜਿਵੇਂ 1/56। ਠੀਕ ਹੈ। ਇਹ ਕੁਐਸਚਨ ਤੁਹਾਨੂੰ ਇਦਾਂ ਵੀ ਲਿਖਿਆ ਆ ਸਕਦਾ ਹੈ 1/56 1/72। ਬੱਚੇ ਸਿਰਫ ਇਹ ਹੈੱਡ ਕਾਂਸਟੇਬਲ ਹੀ ਆ ਦੇਖੋ ਉਸ ਤੋਂ ਉੱਪਰਲੇ ਪੇਪਰਾਂ ਵਿੱਚ ਆਉਣ ਦੇ ਚਾਂਸਸ ਨੇ ਕਾਂਸਟੇਬਲ ਦੇ ਵਿੱਚ ਬਹੁਤ ਘੱਟ ਚਾਂਸ ਨੇ ਬੱਚੇ ਪਰ ਇਹ ਚਲੋ ਇਸ ਟਾਈਪ ਦੇ ਵਿੱਚ ਸੀ ਇਸ ਲਈ ਆਪਾਂ ਇਹਨੂੰ ਕਰਨਾ ਚਾਹ ਰਹੇ ਹਾਂ 1/90। ਸੋ 1/110 ਇਸੇ ਤਰ੍ਹਾਂ ਕਰਦੇ ਲਾਸਟ ਦੇ ਵਿੱਚ 1/210। ਠੀਕ ਹੈ ਬੱਚਿਓ। ਸੋ ਆਪਾਂ ਇਹਨੂੰ ਦੇਖਾਂਗੇ ਕਿਵੇਂ ਕਰਾਂਗੇ। ਠੀਕ ਹੈ। ਸੋ ਆਪਾਂ ਕਰਾਂਗੇ। ਸੋ ਤੁਸੀਂ ਦੇਖੋ ਇਹ 1/56 ਹੈ ਤਾਂ ਇਹਨੂੰ ਇਸ ਫਾਰਮ ਦੇ ਵਿੱਚ ਲਿਖਣਾ ਪਊਗਾ। ਇਹ 56 ਕਿਵੇਂ ਬਣਿਆ 7 ਗੁਣਾ 8 ਬਣ ਗਿਆ ਬੱਚਿਓ। ਇਹ 72 ਕਿਵੇਂ ਬਣਿਆ ਬੱਚੇ ਦੇਖੋ 8 ਗੁਣਾ 9 ਬਣ ਗਿਆ। ਸੋ ਇਸੇ ਤਰ੍ਹਾਂ 90 ਕਿਵੇਂ ਬਣਿਆ 9 ਗੁਣਾ 10 ਬਣ ਗਿਆ। ਸੋ ਇਹ ਜਿਹੜਾ 110 ਹੈ ਬੱਚਿਓ ਇਹ ਕਿਵੇਂ ਬਣਿਆ 10 ਗੁਣਾ 11 ਬਣ ਗਿਆ। ਇਸੇ ਤਰ੍ਹਾਂ ਬੱਚੇ ਚੱਲਦੇ ਸਾਡਾ ਜਿਹੜਾ 210 ਹੈ ਇਹ ਕਿਵੇਂ ਬਣੂਗਾ ਬੱਚੇ ਦੱਸੋ ਇਹ ਬਣ ਜਾਊਗਾ ਸਾਡਾ 14 ਗੁਣਾ 15। ਸੋ ਇਹ ਆਪਣੇ ਕੋਲ ਆ ਜਾਊਗਾ 210 ਆ ਜਾਊਗਾ। ਠੀਕ ਹੈ। ਸੋ ਹੁਣ ਆਪਾਂ ਨੇ ਸੋਲਵ ਕਰਨਾ ਹੈ। ਸੋ ਆਪਾਂ ਕੀ ਸਿੱਖਿਆ ਪਹਿਲੀ ਟਰਮ ਮਾਈਨਸ ਅਖੀਰਲੀ ਟਰਮ ਕਿਹੜੀ ਹੈ ਸਾਡੇ ਕੋਲ 1/15। ਸੋ ਅਸੀਂ ਕਹਿ ਦਾਂਗੇ ਅਖੀਰਲੀ ਟਰਮ 1/15 ਆ ਗਈ। ਸੋ ਜੇ ਅਸੀਂ ਇਹਨੂੰ ਸੋਲਵ ਕਰੀਏ ਤਾਂ ਸਾਡਾ ਐਲਸੀਐਮ ਆ ਗਿਆ 105। ਸੋ ਇੱਥੇ ਨੂੰ 15 ਨਾਲ ਗੁਣਾ ਕਰਾਂਗੇ ਸੋ 15 ਏਕਮ 15 ਆ ਗਿਆ ਬੱਚਿਓ। ਸੋ ਇਹਨੂੰ 105 ਬਣਾਉਣ ਲਈ 7 ਨਾਲ ਕਰਾਂਗੇ 7 ਉੱਪਰ ਆ ਗਿਆ। ਸੋ ਇਹ ਆ ਗਿਆ ਸਾਡੇ ਕੋਲ 15 - 7 ਯਾਨੀ ਕਿ 8/105 ਆਊਗਾ। ਇਸ ਕੁਐਸਚਨ ਦਾ ਆਨਸਰ ਕੀ ਆ ਜਾਊਗਾ 8/105। ਉਮੀਦ ਕਰਦਾ ਬੱਚੋ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ। ਸੋ ਕੱਲ ਤੁਹਾਡੇ ਵਾਸਤੇ ਇਸ ਤੋਂ ਵਧੀਆ ਸਮ ਲੈ ਕੇ ਆਵਾਂਗੇ ਜਿਵੇਂ ਸਰਡਸ ਤੇ ਇੰਡੀਸਿਸ ਵਾਲੇ ਲੈ ਕੇ ਆਵਾਂਗੇ ਸਕੁਅਰ ਰੂਟ ਕਿਊਬ ਰੂਟ ਵਾਲੇ ਕਾਫੀ ਬੱਚੇ ਕੁਐਸਚਨਸ ਪਏ ਨੇ ਸਿੰਪਲੀਫਿਕੇਸ਼ਨ ਚ ਆਪਾਂ ਡੇਲੀ ਇੱਕ ਵੀਡੀਓ ਪਾਇਆ ਕਰਾਂਗੇ। ਸੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ। ਸੋ ਜਿਨੇ ਵੀ ਬੱਚਿਓ ਸਾਡਾ ਕਾਂਸਟੇਬਲ ਦਾ ਹੈੱਡ ਕਾਂਸਟੇਬਲ ਦਾ ਜਾਂ ਪੂਰੀ ਮੈਥ ਦੀ ਰੀਜ਼ਨਿੰਗ ਦਾ ਕੋਰਸ ਖਰੀਦਣਾ ਹੈ ਸੋ ਪਲੇ ਸਟੋਰ ਦੇ ਵਿੱਚ ਜਾ ਕੇ ਵਾਨਿਆ ਐਜੂਕੇਸ਼ਨ ਸਰਵਿਸਿਜ਼ ਦੀ ਐਪ ਹੈ ਉਸ ਨੂੰ ਡਾਊਨਲੋਡ ਕਰ ਲਓ। ਠੀਕ ਹੈ। ਬਾਕੀ ਡਾਊਨਲੋਡ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਵੀ ਦਿੰਦਾ ਹਾਂ। ਠੀਕ ਹੈ ਬੱਚਿਓ। ਕਿਸੇ ਨੇ ਕੁਝ ਵੀ ਸੁਝਾਅ ਦੇਣਾ ਹੈ ਇਸ ਵਿੱਚ ਦੇ ਸਕਦਾ ਹੈ। ਥੈਂਕ ਯੂ ਸੋ ਮਚ ਗਾਇਸ।